ਹੋ ਗਏ ਨੇ जी सॉरी मैं अर्ज करन लगा सा। हाँ ठीक ने, बेहतर। मैं अर्ज करन लगा सा प्यारे भाईजान, जिस तरह बंदे दीन की खातर लड़ते ने, मजहब की खातर लड़ते ने ना, ਇਹਦੇ ਤੋਂ ਜ਼ਿਆਦਾ ਬੰਦੇ ਬਗੈਰ ਦੀਨ ਤੋਂ ਜਿਨ੍ਹਾਂ ਦਾ ਦੀਨ ਨਾਲ ਤਲਕ ਨਹੀਂ। ਮੈਂ ਗੁਜਰਾਤ ਦਾ ਵਾਂ ਤੇ ਮੈਂ ਗੁਜਰਾਤ ਗਿਆ ਵਾਂ ਛੁੱਟੀ ਤੇ ਮੈਂ ਜਾ ਕੇ ਵੇਖਿਆ ਆਪਣੇ ਭਾਈ ਨਾਲ। ਮੈਂ ਕਚਹਿਰੀ ਗਿਆ ਤੇ ਬੰਦਿਆਂ ਦੇ ਲੰਘਣ ਦੀ ਰਾਹ ਨਹੀਂ ਸੀ, ਬੰਦਿਆਂ ਨੂੰ ਨਾ ਧੱਕੇ ਲੱਗਦੇ ਸਨ। ਤੇ ਉਹ ਕਚਹਿਰੀ ਗੁਜਰਾਤ ਜਿਹੜੀ ਮੈਂ ਗੋਲ ਅਦਾਲਤ ਉੱਥੇ ਸੈਂਟਰ 'ਚ ਤੇ ਉਹਦੇ ਦੁਆਲੇ ਬੜੀ ਖੁੱਲੀ ਜਿਹੀ ਰੋਡ ਸੀ ਤੇ ਬੜੇ ਅਸੀਂ ਫਿਰਦੇ ਹੁੰਦੇ ਸਾਂ ਉੱਥੇ, ਮੋਟਰਸਾਈਕਲ ਲੈ ਕੇ ਘੁੰਮਦੇ ਸਾਂ। ਤੇ ਮੈਂ ਗਿਆ ਤੇ ਉੱਥੇ ਬੰਦਿਆਂ ਦੇ ਪੈਦਲ ਚੱਲਣ ਦੀ ਜਗ੍ਹਾ ਨਹੀਂ ਰਹੀ, ਇੰਨਾ ਰਸ਼ ਪੈ ਗਿਆ। ਤੇ ਮੈਂ ਆਪਣੇ ਭਾਈ ਨੂੰ ਕਿਹਾ ਕਿ ਇਹ ਜਿਹੜੇ ਬੰਦੇ ਸਾਰੇ ਆਏ ਨੇ ਇੱਥੇ ਕਚਹਿਰੀ, ਇਹ ਕਿਉਂ ਆਏ ਨੇ? ਆਂਦਾ ਹੈ ਕਿਸੇ ਦੀ ਕੰਧ ਕਿਸੇ ਢਾਹ ਲਈ ਹੈ, ਕਿਸੇ ਦੀ ਕੋਈ ਮਤਲਬ ਦੁਕਾਨ ਤੇ ਕਬਜ਼ਾ ਹੋਇਆ ਹੋਣਾ ਹੈ, ਕਿਸੇ ਦੀ ਕੋਈ ਮੱਝ ਚੋਰੀ ਹੋਈ ਹੋਣੀ, ਮਤਲਬ ਕੇਸ ਆਪਣੇ ਲੈ ਕੇ ਆਏ ਨੇ ਨਾ, ਮੁਕੱਦਮੇ ਲੈ ਕੇ ਆਏ ਨੇ ਨਾ ਅਦਾਲਤ ਵਿੱਚ ਸਾਰੇ। हाँ बिल्कुल ਉਹਨਾਂ 'ਚ ਕਿਸੇ ਦਾ ਸੁੰਨੀ ਭਾਬੀ ਦਾ ਝਗੜਾ ਨਹੀਂ, ਸ਼ੀਆ ਦੇਵਬੰਦੀ ਦਾ ਝਗੜਾ ਨਹੀਂ, ਉਹ ਸਾਰੇ ਦੀਨ ਤੋਂ ਇਲਾਵਾ ਝਗੜੇ ਲੈ ਕੇ ਉੱਥੇ ਆਏ ਨੇ। ਔਰ ਸਾਰੇ ਆਪਣੇ ਆਪ ਨੂੰ ਹੱਕ ਬਜਾਨਬ ਸਮਝਦੇ ਨੇ, ਸਾਰੇ ਆਪਣੇ ਆਪਣੇ ਮੌਕਫ ਤੇ ਇੰਨੇ ਡਟੇ ਨੇ ਕਿ ਉਹ ਕਚਹਿਰੀ ਚੜੇ ਨੇ, ਵਕੀਲ ਨੂੰ ਪੈਸੇ ਦੇ ਕੇ ਮੁਕੱਦਮਾ ਪੇ ਲੜਦੇ ਨੇ ਕਿ ਵੀ ਮੇਰਾ ਮੌਕਫ ਦਰੁਸਤ ਹੈ, ਇਹ ਦੁਕਾਨ ਮੇਰੀ ਹੈ, ਇਹਨੇ ਨਜਾਇਜ਼ ਕਬਜ਼ਾ ਕੀਤਾ। ਉਹ ਕਹਿੰਦਾ ਇਹ ਕੰਧ ਇੱਥੇ ਨਹੀਂ ਇੱਥੇ ਆਉਂਦੀ ਹੈ, ਮੇਰਾ ਮੌਕਫ ਦਰੁਸਤ ਹੈ, ਉਹ ਗਲਤ ਪਿਆ ਕਹਿੰਦਾ। ਦੋਵੇਂ ਵੱਲ ਪੇ ਕਹਿੰਦੇ ਨੇ ਭਾਈਜਾਨ। ਇਹ ਵੇ ਰਵੱਈਏ ਦਾ ਤਸ਼ੱਦਦ, ਇਹਦੇ ਵਿੱਚ ਦੀਨ ਦਾ ਕੋਈ ਕਸੂਰ ਨਹੀਂ, ਮਜ਼ਹਬ ਦਾ ਕੋਈ ਕਸੂਰ ਨਹੀਂ। ਸਾਡੇ ਰਵੱਈਏ ਦੇ ਵਿੱਚ ਅਗਰ ਐਸੀ ਚੀਜ਼ ਪਾਈ ਜਾਂਦੀ ਹੈ ਨਾ, हाँ मजहब का कसूर ਉੱਥੇ ਉਹ ਮਜ਼ਹਬ ਦੀ ਨਾ ਵੀ ਵਜ੍ਹਾ ਹੋਵੇਗੀ, ਸਾਡੀ ਆਪਣੀ ਜ਼ਾਤੀ ਘਰ ਦੀ ਗੱਲ ਵੀ ਹੋਵੇਗੀ ਤੇ ਅਸੀਂ ਆਪਣੇ ਭਰਾ ਨਾਲ ਲੜ ਪਵਾਂਗੇ, ਜ਼ਮੀਨ ਤੋਂ, ਦੁਕਾਨ ਤੋਂ, ਹਾਂਜੀ ਰਿਸ਼ਤਿਆਂ ਤੋਂ ਲੜ ਪਵਾਂਗੇ। ਉਹ- ਲੜ ਪਵਾਂਗੇ ਕਿ ਨਹੀਂ ਲੜ ਪਵਾਂਗੇ? ਆਮਰ ਭਾਈ ਉਹ ਗੱਲ ਬਿਲਕੁਲ ਮੈਂ ਇਹੀ ਅਰਜ਼ ਕਰ ਰਿਹਾ ਕਿ ਇਹ ਦੀਨ ਤੇ ਕਹਿੰਦਾ ਨਹੀਂ ਹੈ, ਹਾਂਜੀ ਇਸਲਾਮ ਤੇ ਕਹਿੰਦਾ ਨਹੀਂ ਹੈ, ਹਜ਼ੂਰ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਤਾਲੀਮ ਨਹੀਂ ਹੈ ਕਹਿੰਦੀ। ਬਿਲਕੁਲ ਨਹੀਂ ਹੈ, ਬਿਲਕੁਲ। ਬੇਸਿਕਲੀ ਇਹ ਤੇ ਆਪਣੀ ਜਾਂ ਤੇ ਅਨਾ ਹੈ ਹਾਂਜੀ ਜਾਂ ਪੈਸਾ ਹੈ ਜਾਂ ਪਾਵਰ ਦੀ ਜੰਗ ਹੈ। ਹਾਂਜੀ ਸਿੰਪਲ ਜੀ ਗੱਲ ਜਿਹੜੀ ਮੈਂ ਆਪਣੇ ਮੈਂ ਹੋਵਾਂ, ਮੈਂ ਗਲਤ ਹਾਂ, ਮੈਂ ਬਹੁਤ ਗੁਨਹਗਾਰ ਬੰਦਾ, ਠੀਕ ਹੈ, ਲੇਕਿਨ ਅਗਰ ਮੈਂ ਆਪਣਾ ਆਪ ਨੂੰ ਸੱਚਾ ਸਾਬਤ ਕਰਨ ਵਾਸਤੇ ਦੀਨ ਨਹੀਂ ਹੈ ਕਹਿੰਦਾ ਹੈ, ਹਜ਼ੂਰ ਸੱਲੱਲਾਹੁ ਅਲੈहि ਵਸੱਲਮ ਨੇ ਤਾਂ ਆਪਣੇ ਆਪ ਨੂੰ ਬਹੁਤ ਸਾਦਕ, ਅਮੀਨ, ਰਹਿਮਦਿਲ, ਹਰ ਚੀਜ਼ ਉਹਨਾਂ ਦੀ ਜ਼ਿੰਦਗੀ ਸਾਰੀ ਭਰੀ ਪਈ ਹੈ ਇਸ ਚੀਜ਼ ਦੇ ਨਾਲ। ਜੀ ਜੀ ਲੇਕਿਨ ਅਸੀਂ ਇਹ ਕਰਦੇ ਪਏ ਹਾਂ ਕਿ ਇਹ ਤਿੰਨ ਚੀਜ਼ਾਂ ਦੇ ਪਿੱਛੇ ਦੂਜੇ ਮਜ਼ਹਬਾਂ ਨੂੰ ਇਹ ਅਸੀਂ ਸ਼ੋਅ ਕਰ ਰਹੇ ਹਾਂ ਕਿ ਇਹ ਜੇ ਸਾਡਾ ਰਿਜ਼ਲਟ, ਇਹ ਵੇਖੋ, ਇਹ ਅਸੀਂ ਇਸਲਾਮ ਤੁਹਾਡੇ ਸਾਹਮਣੇ ਪੇਸ਼ ਲੈ ਕੇ ਆ ਰਹੇ ਹਾਂ। ਇੱਕ ਦੂਜੇ ਨਾਲ ਲੜਨ ਦੇ ਆ, ਇੱਕ ਦੂਜੇ ਨੂੰ ਮਾਰਨ ਦੇ ਆ। ਹਾਲਾਂਕਿ ਉਹੀ ਤੁਹਾਡੀ ਗੱਲ ਹੈਗੀ ਹੈ, ਇਹ ਲੋਕਾਂ ਦੀ ਆਪਣਾ ਬਣਾਇਆ ਦੀਨ ਹੈ, ਦੀਨ ਇਸਲਾਮ ਨਹੀਂ ਹੈ ਕਹਿੰਦਾ। ਹਾਂਜੀ, ਇਹ ਤੇ ਉਹਨਾਂ ਦੇ ਮੈਨੂੰ ਇਹਦੇ ਨਾਲ ਇਖਤਲਾਫ ਹੈ। ਜ਼ਾਤੀ ਉਹਨਾਂ ਦੇ ਨੇ ਨਾ ਫੈਸਲੇ। ਮੈਂ ਦੱਸਿਆ ਕਿ ਉਹ ਦੀਨ ਤੋਂ ਬਗੈਰ ਵੀ ਲੜਨ ਲੱਗੇ ਨੇ। ਹਾਂ ਹੁਣ ਇਮਰਾਨ ਖਾਨ ਦਾ ਤੇ ਨਵਾਜ਼ ਸ਼ਰੀਫ ਦਾ ਦੀਨ ਦਾ ਝਗੜਾ ਹੈ, ਨਹੀਂ ਬੰਦੇ ਮਰਵਾਤੇ ਨੇ। ਉਹ ਇੰਨੇ ਬੰਦੇ ਦੱਸਦੇ ਨੇ, ਉਹ ਦੂਜੇ ਇੰਨੇ ਵੀ ਨਹੀਂ ਮੰਨਦੇ ਹਨ। ਲੜਾਈ ਹੋਣ ਲੱਗੀ ਹੈ ਹਾਂ ਤੇ ਕਿੰਨਾ ਰੌਲਾ ਪਿਆ ਮੁਲਕ ਦੇ ਵਿੱਚ, ਕਿੰਨੀ ਅਫਰਾ ਤਫਰੀ ਫੈਲੀ। ਹੁਣ ਉਹ ਕਹਿੰਦੇ ਨੇ ਕਿ ਉਹ ਜਨਾਬ ਅਦਾਲਤ ਇਹਦੀ ਇਨਕੁਆਇਰੀ ਕਰੇ। ਉਹ ਲਾਸ਼ਾਂ ਲੈ ਕੇ ਫਿਰਦੇ ਨੇ, ਉਹ ਆਂਦੇ ਨੇ ਲਾਸ਼ ਹੈ ਹੀ ਕੋਈ ਨਹੀਂ, ਕੋਈ ਥਾਂ ਹੀ ਕੋਈ ਨਹੀਂ। ਕਿਰੇ ਦੱਸੋ ਜਿੱਥੇ ਬੰਦਾ ਮਰਿਆ, ਥਾਂ ਦੱਸੋ ਕਿੱਥੇ ਬੰਦਾ ਮਰਿਆ। ਤੇ ਫਿਰ ਆਮਰ ਭਾਈ ਫਿਰ ਦੀਨ ਇਸਲਾਮ ਦੇ ਉੱਤੇ ਕੌਣ ਚੱਲਣ ਡਿਆ? ਨਹੀਂ ਮਕਸਦ ਨਹੀਂ, ਇਹ ਆਖਰੀ ਵਕਤ 'ਚ ਇਹ ਵੀ ਅੱਲਾ ਦੇ ਨਬੀ ਦੀਆਂ ਖਬਰਾਂ ਨੇ, ਗੈਬ ਦੀਆਂ ਖਬਰਾਂ। ਅੱਲਾਹ ਤਾਲਾ ਨੇ, ਨਬੀ ਨੇ ਵਹੀ ਦੇ ਜ਼ਰੀਏ ਲੋਕਾਂ ਨੂੰ ਦੱਸਿਆ ਕਿ ਬਈ ਕੁਰਬੇ ਕਿਆਮਤ ਦੇ ਵਿੱਚ ਐਸੇ ਐਸੇ ਫਿਤਨੇ ਪੈਦਾ ਹੋਣਗੇ, ਲੋਕ ਦੀਨ ਤੋਂ ਇੰਨੇ ਦੂਰ ਹੋ ਜਾਣਗੇ ਕਿ ਇੱਕ ਮੇਰੀ ਸੁਨਨਤ ਨੂੰ ਜ਼ਿੰਦਾ ਕਰਨਾ ਇੰਨਾ ਹੀ ਹੋਵੇਗਾ ਜਿਸ ਤਰ੍ਹਾਂ ਬਹੁਤ ਵੱਡਾ ਕੰਮ ਹੈ। ਤੇ ਦੀਨ ਤੋਂ ਦੂਰੀ ਜਿਹੜੀ ਇਹ ਵੀ ਨਬੀ ਪਾਕ ਦੀ ਖਬਰ ਦੇ ਐਨ ਮੁਤਾਬਕ ਦੀਨ ਇਸਲਾਮ ਦੇ ਵਿੱਚ ਇਹਦੇ ਬਾਰੇ ਵੀ ਆਲਰੇਡੀ ਖਬਰ ਮੌਜੂਦ ਹੈ ਕਿ ਲੋਕ ਦੀਨ ਅੱਤਾ ਕਿ ਸਾਡੇ ਨਬੀ ਨੇ ਤੇ ਮਾਸ਼ਾਅੱਲਾ ਐਡੀਆਂ ਸੋਹਣੀਆਂ ਗੱਲਾਂ ਦੇ ਜਿਹੜੇ ਯਾਰ ਪਿਛਲੀਆਂ ਕਿਤਾਬਾਂ ਨੇ ਨਾ। ਤੇ ਮੈਂ ਇਟਲੀ ਹੋਣਾ ਤੇ ਕ੍ਰਿਸਚਨ ਮੁੰਡਾ ਮੇਰੇ ਨਾਲ ਨਾ, ਗਬਰੀਲੇ ਉਹਦਾ ਨਾਂ ਸੀ, ਮੇਰੇ ਨਾਲ ਕੰਮ ਕਰਦਾ ਸੀ ਫੈਕਟਰੀ 'ਚ। ਉਹਨੇ ਮੈਨੂੰ ਕਿਹਾ ਕਿ ਅਮਰ ਇੱਥੇ ਸਾਡੀ ਬਾਈਬਲ ਵਿੱਚ ਲਿਖਿਆ ਹੈ ਕਿ ਕੁਰਬੇ ਕਿਆਮਤ ਵਿੱਚ ਜਿਹੜੇ ਲੋਕ ਨੇ ਆਪਣੇ ਮਾਂ-ਬਾਪ ਤੇ ਭੈਣਾਂ ਭਰਾਵਾਂ ਤੋਂ ਜ਼ਿਆਦਾ, ਇਨਸਾਨਾਂ ਤੋਂ ਜ਼ਿਆਦਾ ਕੁੱਤਿਆਂ ਨਾਲ ਪਿਆਰ ਕਰਨਗੇ। ਔਰ ਉਸ ਬੰਦੇ ਦੀ ਗੱਲ ਇੰਜ ਮੇਰੇ ਦਿਲ ਨੂੰ ਵੱਜੀ ਹੈ ਜਿਸ ਤਰ੍ਹਾਂ ਠਾ ਕਰਕੇ। ਕਿਉਂ? ਮੈਂ ਤੇ ਇਟਲੀ 'ਚ ਦੇਖਣਾ ਵਾ ਕਿ ਕੁੱਤੇ ਘਰ ਬਿਸਤਰਿਆਂ ਦੇ ਉੱਤੇ ਨੇ, ਸੋਫਿਆਂ ਦੇ ਨਾਲ ਬੈਠੇ ਨੇ, ਤੇ ਮਾਂ ਪਿਓ ਉੱਥੇ ਕਾਜ਼ਾ ਦੀ ਰਿਪੋਜ਼ੋ ਨੂੰ ਕਹਿੰਦੇ ਨੇ, ਜਿਹੜਾ ਤੁਸੀਂ ਉੱਥੇ ਪਤਾ ਨਹੀਂ ਕੀ ਕਹਿੰਦੇ ਅਮਰੀਕਾ, ਜਿਹੜੇ ਓਲਡ ਹੋਮ ਹੁੰਦੇ ਨੇ। हाँ ओल्ड, हाँ ठीक है, मैं समझ गया। माँ पे उत्थे छड्डे ने। भाईजान क्या हाल है, ठीक हो? वालेकुम सलाम, अल्लाह दा
ਕੁੱਤੇ ਨਾਲ ਸੋਫਿਆਂ ਤੇ ਬੈਠੇ ਨੇ। ਇੱਕ ਬੰਦਾ ਜਿਹਦੇ ਮਕਾਨ 'ਚ ਮੈਂ ਕਿਰਾਏ ਤੇ ਰਹਿੰਦਾ ਸੀ 2014 ਤੋਂ ਪਹਿਲੇ ਦੀ ਗੱਲ ਹੈ, ਉਹ 4 ਭਰਾ ਨੇ ਇਟਾਲੀਅਨ। ਤੇ ਇੱਕ ਦਿਨ ਆਇਆ ਤੇ ਬੜਾ ਪਰੇਸ਼ਾਨ ਸੀ, ਤੇ ਮੈਂ ਕਿਹਾ ਕੀ ਗੱਲ ਹੈ? ਕਹਿੰਦਾ ਬਈ ਮੇਰੀ ਮਾਂ ਜਿਹੜੀ ਹੈ ਨਾ ਉਹ ਮਰਦੀ ਪਈ ਹੈ ਹਸਪੀਟਲ, ਤੇ ਬਸ ਉਹਦੇ ਥੋੜਾ ਜਿਹਾ ਸਾਹ ਰਹਿ ਗਏ। ਮੈਂ ਕਿਹਾ ਬਈ ਕੀ ਵਜ੍ਹਾ ਹੋਈ? ਉਹਨੇ ਆਖਿਆ ਮਾਂ ਨੂੰ 1 ਮਹੀਨਾ ਹੋਇਆ ਉੱਥੇ ਛੱਡ ਕੇ ਆਏ ਓਲਡ ਹੋਮ 'ਚ, ਮੇਰਾ ਭਰਾ ਕੋਲੇ ਸੀ ਤੇ ਮੇਰਾ ਭਰਾ ਨੂੰ ਉੱਥੇ ਛੋੜ ਆਇਆ। ਮੇਰੀ ਮਾਂ ਜਾਣਾ ਨਹੀਂ ਸੀ ਚਾਹੁੰਦੀ, ਮੇਰਾ ਭਰਾ ਜ਼ਬਰਦਸਤੀ ਛੋੜ ਆਇਆ ਉਹਨੂੰ ਉੱਥੇ ਓਲਡ ਹੋਮ 'ਚ। ਤੇ ਕਹਿੰਦਾ ਜਿਸ ਵੇ ਛੱਡ ਕੇ ਆਇਆ 30 ਦਿਨ ਹੋ ਗਏ ਨੇ, 30 ਦਿਨਾਂ 'ਚ ਮੇਰੀ ਮਾਂ ਨੇ 1 ਗਰਾਹ ਰੋਟੀ ਦਾ ਅਗਾਂ ਲੰਘਣ ਨਹੀਂ ਦਿੱਤਾ। ਅੱਤਾ ਕਿ ਹਫ਼ਤੇ ਬਾਅਦ ਡ੍ਰਿਪਾਂ ਲੱਗਣ ਸ਼ੁਰੂ ਹੋ ਗਈਆਂ। ਜਦੋਂ ਉਹਨੂੰ ਖਾਣਾ ਨਹੀਂ ਉਹਨੇ ਖਾਣਾ, ਐਨੀ ਉਹਨੂੰ ਉਦਾਸੀ ਹੋਈ ਕਿ ਮੈਂ 4 ਪੁੱਤਰ ਜੰਮੇ, ਉਹਨਾਂ ਘਰਾਂ 'ਚ 4 ਦੇ ਘਰ ਵੱਖੋ ਵੱਖ ਬਾਦ ਨੇ, ਮੇਰੇ ਵਾਸਤੇ ਇੱਕ ਕਮਰਾ ਵੀ ਨਹੀਂ ਹੈ। ਮੈਨੂੰ ਇਹਨਾਂ ਨੇ ਇੱਥੇ ਕਾਜ਼ਾ ਦੀ ਰਿਪੋਜ਼ੋ ਲਿਆ ਸਟਿਆ, ਤੇ ਮੈਂ ਕਾਹਦੇ ਲਈ ਔਲਾਦ ਜੰਮੀ ਹੈ? ਕਹਿੰਦਾ ਮੇਰੀ ਮਾਂ ਨੂੰ 30 ਦਿਨ ਹੋ ਗਏ ਨੇ ਅਮਰ, ਉਹ ਜਿਸ ਦਿਨ ਦਾ ਉੱਥੇ ਛੱਡ ਕੇ ਆਇਆ ਹੈ ਨਾ ਮੇਰਾ ਭਰਾ। ਮੈਂ ਛੱਡ ਕੇ ਕਿਉਂ? ਕਹਿੰਦਾ ਉਹਨੂੰ ਹਾਰਟ ਪ੍ਰੋਬਲਮ ਸੀ, ਉਹ ਆਪ ਬਿਮਾਰ ਸੀ, ਉਹ ਮਜਬੂਰੀ ਨਾਲ ਲੈ ਗਿਆ, ਛੱਡਣ ਤੁਰ ਗਿਆ। ਤੇ ਛੱਡ ਕੇ ਆਇਆ ਤੇ ਪਿੱਛੋਂ ਉਹ ਕਹਿੰਦਾ ਕਿ ਉਹਨੇ ਮਾਂ ਨੇ 1 ਗਰਾਹ ਵੀ ਨਹੀਂ ਖਾਧਾ ਰੋਟੀ ਦਾ। ਹੱਤਾ ਕਿ ਅੱਜ ਉਹਦੀ ਡਾਕਟਰਾਂ ਨੇ ਤਕਰੀਬਨ ਕਹਿ ਕੇ ਹੁਣੇ ਖਤਮ ਹੋ ਜਾਏਗੀ, ਉਹਨੇ ਬਚਣ ਲੱਗੀ ਹੈ। ਤੇ ਕੁੱਤੇ ਜਿਹੜੇ ਨੇ, ਕੁੱਤੇ ਸਾਰੇ ਉਹਦੇ ਘਰ ਗਿਆ, ਉਹਦੇ ਕੁੱਤੇ ਦਾ ਨਾਮ ਉਹਨੇ ਮਾਜ਼ ਅੱਲਾ, ਮੈਂ ਦੱਸਣਾ ਨਹੀਂ ਚਾਹੁੰਦਾ, ਮੂਸਾ ਨਾਂ ਰੱਖਿਆ ਕੁੱਤੇ ਦਾ। ਉਹ ਮੈਂ ਕਿਹਾ ਉਹ ਬੇਗੈਰ ਤੋਂ, ਉਹ ਤੁਹਾਨੂੰ ਨਹੀਂ ਪਤਾ ਜਜ਼ੂ ਤੋਂ ਪਹਿਲੇ ਤੇ ਮੋਜ਼ੇ ਤੇ ਇਟਾਲੀਅਨ 'ਚ ਕਹਿੰਦੇ ਨੇ, ਜਜ਼ੂ ਈਸਾ ਨੂੰ ਕਹਿੰਦੇ ਨੇ ਤੇ ਮੋਜ਼ੇ। ਉਹ ਮੈਂ ਬੇਸ਼ਰਮੋ, ਉਹ ਮੂਸਾ ਤੇ ਅੱਲਾ ਦੇ ਨਬੀ ਦਾ ਨਾਂ ਸੀ। ਤੇ ਕਹਿੰਦਾ ਤੇ ਕੁੱਤੇ ਨੂੰ ਤੁਸੀਂ ਪਿਆਰ ਨਾਲ ਆਪਣੇ ਪੁੱਤਰਾਂ ਨਾਲ ਅਸੀਂ ਰੱਖੇ ਨੇ, ਤੇ ਸਾਡਾ ਬੱਚਾ ਹੀ ਹੈ ਨਾ। ਕੁੱਤੇ ਨੂੰ ਅਸੀਂ ਆਪਣੇ ਪੁੱਤਰ ਨਾਲੋਂ ਜ਼ਿਆਦਾ ਪਿਆਰ ਕਰਦੇ ਆ, ਤੇ ਜਿਸ ਤਰ੍ਹਾਂ ਆਪਣੇ ਬੱਚਿਆਂ ਦਾ ਅਸੀਂ ਨਾਂ ਰੱਖਦੇ ਆ, ਇਸ ਤਰ੍ਹਾਂ ਅਸੀਂ ਇਹਦਾ ਨਾਂ ਰੱਖਿਆ ਮੋਜ਼ੇ ਆ। ਤੇ ਮਾਂ ਸਾਡੀ ਮਰ ਗਈ ਉੱਥੇ ਕਾਜ਼ਾ ਦੀ ਰਿਪੋਜ਼ੋ। ਇਹ ਨਿਸ਼ਾਨੀਆਂ ਅੱਲਾਹ ਤਾਲਾ ਨੇ ਪਹਿਲਾਂ ਹੀ ਦੱਸ ਦਿੱਤੀਆਂ, ਆਪਣੇ ਨਬੀਆਂ ਨੂੰ ਦੱਸ ਕੇ ਟੋਰੀਆਂ ਨੇ ਕਿ ਕਿਆਮਤ ਤੋਂ ਪਹਿਲੇ ਇਹ ਸਾਰੇ ਕੰਮ ਹੋਣਗੇ। ਲੋਕ ਦੀਨ ਤੋਂ ਦੂਰ ਹੋ ਜਾਣਗੇ, ਇਨਸਾਨਾਂ ਤੋਂ ਜ਼ਿਆਦਾ ਕੁੱਤਿਆਂ ਨੂੰ ਪਿਆਰ ਕਰਨਗੇ, ਤੇ ਲੋਕ ਉੱਥੇ ਮੁਖਤਲਿਫ ਫਿਤਨਿਆਂ 'ਚ ਮੁਬਤਲਾ ਹੋਣਗੇ, ਵੰਨ-ਸਵੰਨੇ ਫਿਤਨੇ ਪੈਦਾ ਹੋਣਗੇ, ਔਰ ਵੰਨ-ਸਵੰਨੇ ਲੋਕ। ਆਮਰ ਭਾਈ ਮੈਂ ਸਾਰੀ ਚੀਜ਼ ਤੇ, ਲੇਕਿਨ ਫਿਰ ਬੰਦਾ ਜਾਏ ਕੀ ਕਰੇ? ਕੀ ਤੁਸੀਂ ਇਹ ਦੱਸੋ ਭਾਈਜਾਨ। ਕੁਰਾਨ ਕਹਿੰਦਾ ਵਲਾ ਤਾਜ਼ਿਰੂ ਵਾਜ਼ਿਰਤੁਮ ਵਿਜ਼ਰਾ ਉਖਰਾ, ਕਿਆਮਤ ਵਾਲੇ ਦਿਨ ਕੋਈ ਕਿਸੇ ਦਾ ਬੋਝ ਨਹੀਂ ਚੁੱਕਣ ਲਗਾ। ਹਾਂ, ਨਹੀਂ ਚੁੱਕੇਗਾ। ਤੁਸੀਂ ਆਪਣਾ, ਮੁਹੰਮਦ ਬਖਸ਼ ਨੇ ਆਖਿਆ ਨਾ, ਤੂੰ ਆਪਣੀ ਭਰੀ ਨਿਭਾ ਮੁਹੰਮਦ, ਮਤ ਕੋਈ ਝਗੜਾ ਲੱਗੇ। ਤੁਸੀਂ ਆਪਣਾ ਜ਼ਿੰਮੇਦਾਰ ਹੋ, ਮੈਂ ਆਪਣੇ ਦਾ ਜ਼ਿੰਮੇਦਾਰ। ਸਾਨੂੰ ਆਪਣਾ ਆਪ ਸਹੀ ਕਰਨਾ ਚਾਹੀਦਾ ਹੈ। ਖਸਮਾਂ ਨੂੰ ਖਾਣਾ, ਦੂਜਾ ਕਿਸੇ ਨੂੰ ਕਾਫਰ ਪਿਆਂਦਾ ਹੈ, ਦੂਜਾ ਕਿਸੇ ਨੂੰ ਜਨਮੀ ਪਿਆਂਦਾ ਹੈ। ਮੈਂ ਗੱਲ ਤਾਂ ਬਿਲਕੁਲ ਮੈਨੂੰ ਉਹਦੇ ਨਾਲ ਕੋਈ ਗਰਜ਼ ਨਹੀਂ, ਜੋ ਮਰਜ਼ੀ ਕਰਦੇ ਰਹਿਣ, ਲੇਕਿਨ ਮੈਨੂੰ ਆਪਣਾ ਸਹੀ ਕਰਨਾ ਚਾਹੀਦਾ। ਹਾਂ, ਮੈਂ ਆਪਣਾ ਆਪ ਸਹੀ ਫਿਰ ਕੁਰਾਨ, ਸੁन्नत ਔਰ ਹਦੀਸ ਤੋਂ ਕਰਾਂਗਾ ਨਾ। ਮੈਨੂੰ ਤਾਂ ਫਿਰ ਕਿਤੇ ਜਾਣ ਦੀ ਜ਼ਰੂਰਤ ਹੀ ਨਹੀਂ ਹੈ ਨਾ। ਬਿਲਕੁਲ ਕਿਤਾਬੋਂ ਮੈਂ ਅਸਲ 'ਚ ਇਹ ਸਾਰੀ ਡਿਸਕਸ਼ਨ ਸਿਰਫ ਮੈਂ ਤੁਹਾਡੇ ਕੋਲੋਂ ਇਸ ਵਾਸਤੇ ਪੁੱਛਣਾ ਚਾਹ ਰਿਹਾ ਸੀ ਕਿ ਕਈ ਕਹਿੰਦੇ ਨੇ ਤੁਸੀਂ ਇਕੱਲੇ ਕਿਵੇਂ ਰਹਿ ਸਕਦੇ ਹੋ? ਤੁਹਾਨੂੰ ਕੋਈ ਨਾ ਕੋਈ ਫਿਰਕਾ ਤੇ ਕਰਨਾ ਪੈਣਾ, ਤੁਹਾਨੂੰ ਫਲਾਹ ਤੇ ਕਰਨਾ ਹੀ ਪੈਣਾ। ਮੈਂ ਉਹਨਾਂ ਨੂੰ ਅਰਜ਼ ਕਰਨਾ, ਮੈਂ ਕਹਿੰਦਾ ਕਿ ਦੇਖੋ, ਮੈਂ ਕੋਈ ਵੀ ਇਨਸਾਨ, ਮੈਂ ਛੱਡੋ, ਕੋਈ ਵੀ ਇਨਸਾਨ ਅਗਰ ਕਿਸੇ ਨੂੰ ਦੁੱਖ ਨਹੀਂ ਦਿੰਦਾ, ਹੱਕ ਲਾਲ ਦੀ ਰੋਜ਼ੀ ਕਮਾਉਂਦਾ ਹੈ, ਕੁਰਾਨ ਔਰ ਸੁन्नत ਔਰ ਹਦੀਸ ਦੇ ਮੁਤਾਬਕ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ, ਤੇ ਉਹਨੇ ਤੇ ਜਵਾਬ ਦੇਣਾ ਆਪਣੇ ਖੁਦਾ ਤਾਲਾ ਨੂੰ ਜਾ ਕੇ ਨਾ, ਆਪਣੇ ਦੀਨ ਦਾ ਜਾਂ ਆਪਣਾ ਅਕੀਦੇ ਦਾ। ਕਿਸੇ ਫਿਰਕੇ ਨੂੰ ਤੇ ਨਹੀਂ ਨਾ ਦੇਣਾ ਆਮਰ ਭਾਈ। ਨਾ ਤੇ ਫਿਰ ਆਈ ਐਮ ਗੁੱਡ, ਰਾਈਟ? ਫਿਰਕਿਆਂ ਨਹੀਂ ਫਾਲੋ ਕਰਨਾ ਚਾਹੀਦਾ। ਕੁਰਾਨ ਨੇ ਆਖਿਆ ਵਾਤਸਿਮੂ ਬਿਹਬਲਿल्लाह ਜਮੀਅਨ ਵਲਾ ਤਫਰਕੂ, ਤੁਸੀਂ ਫਿਰਕੇ ਨਾ ਬਣਿਆ ਜੇ, ਬਸ ਅੱਲਾ ਦੀ ਰੱਸੀ ਨੂੰ ਮਜ਼ਬੂਤੀ ਨਾਲ ਫੜੀ ਰੱਖੋ, ਕੁਰਾਨ ਔਰ ਹਦੀਸ ਨੂੰ ਫੜੀ ਰੱਖੋ। ਅੱਲਾ ਦੇ ਨਬੀ ਨੇ ਫਰਮਾਇਆ ਤਰਕਤੁ ਫੀकुम ਅਮਰੈਨ ਲਨ ਤਜ਼ਿਲੂ ਮਾ ਤਮਸਕਤੁਮ ਬਿਹਿਮਾ, ਕਿਤਾਬੁल्लाह व सुन्नत रसूलुल्लाह। मैं 2 चीज़ां ਤੁਹਾਡੇ ਕੋਲ ਛੱਡ ਕੇ ਚੱਲਿਆ, ਅਗਰ ਇਹਨਾਂ ਨੂੰ ਫੜੀ ਰੱਖੋ ਤੇ ਕਦੇ ਗੁੰਮਰਾਹ ਨਹੀਂ ਹੋਵੋਗੇ। ਇੱਕ ਅੱਲਾ ਦੀ ਕਿਤਾਬ, ਇੱਕ ਨਬੀ ਦੀ ਸੁन्नत। ਖੁਤਬਾ ਹਜਤੁਲ ਵਿਦਾ ਦੇ ਮੌਕੇ ਤੇ ਆਖਿਆ। ਆਮਿਰ ਭਾਈ ਕਤਾ ਕਲਾਮੀ ਮਾਫ। ਹਾਂਜੀ ਸ਼ਾਹ ਆਪਣੇ ਆਏ ਨੇ ਸਾਡੇ ਫਿਕਾ ਜਾਫਰੀ ਵਾਲੇ, ਇਹਨਾਂ ਨੇ ਆਖਣਾ ਹੈ ਗਦੀਰੇ ਖੁਮ ਦੇ ਮੌਕੇ ਤੇ ਆਖਿਆ ਮੈਂ 2 ਚੀਜ਼ਾਂ ਛੋੜ ਕੇ ਚੱਲਿਆ, ਇੱਕ ਅੱਲਾ ਦੀ ਕਿਤਾਬ, ਇੱਕ ਅਹਿਲੇ ਬੈਤ। ਨਹੀਂ ਸਰ, ਮੈਂ ਤੇ ਇੱਕ ਸਿੰਪਲ ਜਿਹਾ ਨਾ, ਮੈਂ 2 ਜਮਾ 2 4 ਜਵਾਬ ਚਾਹਨਾ ਨਾ। ਮੈਂ 5 ਦੇ ਚੱਕਰ 'ਚ ਜਾਣਾ ਚਾਹਨਾ, ਨਾ ਮੈਂ 6 ਦੇ ਚੱਕਰ 'ਚ ਜਾਣਾ ਚਾਹਨਾ। ਮੈਂ ਜਾਣਾ ਆਪਣੀ ਕਬਰ ਦੇ ਵਿੱਚ। ਮੇਰਾ ਫੈਸਲਾ ਮੇਰੇ ਖੁਦਾ ਤਾਲਾ ਨੇ ਕਰਨਾ ਹੈ। अगर मैं अपने अकायद के मुताबिक जे खुदा तला ने जो आखिरी किताब और अपना आखिरी रसूल इस दुनिया दे विच भेजा,
ਦੇ ਦਿਓ। ਇਹਦੇ 'ਚ ਅਗਰ ਕੋਈ ਗਲਤੀ ਮੈਂ ਕਰਨ ਡਿਆ ਤੇ ਮੈਨੂੰ ਦੱਸ ਦਿਓ, ਇਹਦਾ ਮੈਂ ਤੇ ਜਵਾਬ ਅੱਲਾਹ ਤਾਲਾ ਨੂੰ ਦੇਣਾ ਨਾ। ਨਹੀਂ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਲੇਕਿਨ ਇਹਦੇ ਵਾਸਤੇ ਜਿਸ ਤਰ੍ਹਾਂ ਅਸੀਂ ਦੀਗਰ ਕੰਮਾਂ ਵਾਸਤੇ ਟਾਈਮ ਕੱਢਨੇ ਆ ਨਾ, ਸਾਨੂੰ ਆਪਣੇ ਦੀਨ ਨੂੰ ਸਮਝਣ ਵਾਸਤੇ ਗਲਤੀ ਔਰ ਸਹੀ ਦਰੁਸਤਗੀ ਦੇ ਵਿੱਚ, ਗਲਤੀ ਔਰ ਦਰੁਸਤਗੀ ਦੇ ਵਿੱਚ ਤਫਰੀਕ ਕਰਨ ਵਾਸਤੇ ਸਾਨੂੰ ਟਾਈਮ ਦੇਣਾ ਪੈਣਾ ਹੈ। ਥੋੜਾ ਜਿਹਾ ਕੋਈ ਕਿਤਾਬ ਖੋਲ ਕੇ ਤੱਕਣੀ ਪੈਣੀ ਹੈ। ਜੇ ਅਸੀਂ ਜਿਹੜੇ ਫਿਰਕਿਆਂ ਨੂੰ ਫਾਲੋ ਕਰਦੇ ਨੇ ਨਾ, ਉਹ ਫਿਰਕਿਆਂ ਨੂੰ ਇਸ ਗੱਲੇ ਫਾਲੋ ਕਰਦੇ ਨੇ, ਉਹਨਾਂ ਕੋਲ ਟਾਈਮ ਨਹੀਂ ਆਪ ਕਿਤਾਬ ਖੋਲ ਕੇ ਵੇਖਣ ਦਾ। ਉਹ ਫੋਨ ਕਰਕੇ ਮੌਲਵੀ ਨੂੰ ਪੁੱਛਦੇ ਨੇ, ਮੁੰਡਾ ਹੋਇਆ ਤੇ ਕੀ 2 ਬੱਕਰੀਆਂ ਦੇਣੀਆਂ, 1 ਬੱਕਰੀ ਦੇਣੀ ਹੈ, ਨਿਕਾਹ ਕਰਨਾ ਤੇ ਫਲਾਣ ਫਲਾਣ ਇੰਜ ਕਰਨਾ, ਕਿ ਉਹ ਕਰਨਾ, ਜਨਾਜ਼ਾ ਪੜਨਾ, ਉਹ ਕੁੱਕੜੀ ਵੀ ਜ਼ਿਬਾ ਕਰਾਣੀ ਹੈ ਤਾਂ ਮੌਲਵੀ ਕੋ ਕਰਵਾਉਂਦੇ ਨੇ। ਕਿਉਂ? ਉਹਨਾਂ ਕੋਲ ਟਾਈਮ ਨਹੀਂ ਹੈ। ਜੇ ਤੁਸੀਂ ਫਿਰਕਿਆਂ ਨੂੰ ਫਾਲੋ ਨਹੀਂ ਕਰਨਾ ਚਾਹੁੰਦੇ ਤੇ ਥੋੜਾ ਤੁਹਾਨੂੰ ਟਾਈਮ ਦੇਣਾ ਪੈਣਾ ਹੈ, ਕਿਤਾਬ ਸੁਨਨਤ ਨੂੰ ਥੋੜਾ ਸਟੱਡੀ ਕਰਨਾ ਪੈਣਾ ਹੈ। ਜਿਹੜੀ ਗਲਤੀ ਨੂੰ ਤੁਸੀਂ ਗਲਤੀ ਆਖਣਾ ਹੈ, ਉਹਨੂੰ ਆਖਣਾ ਜ਼ਰੂਰੀ ਹੈ, ਲੇਕਿਨ ਉਹਦੇ ਵਾਸਤੇ ਥੋੜੀ ਬਹੁਤ ਤਹਿਕੀਕ ਕਰੋਗੇ ਤੇ ਆਖੋਗੇ ਨਾ ਇਹ ਗਲਤੀ ਹੈ ਤੇ ਇਹ ਸਹੀ ਹੈ ਗੱਲ। ਮੈਂ ਤੇ ਅਮਰ ਭਾਈ ਕਹਿ ਨਹੀਂ ਰਿਹਾ ਗਲਤੀ, ਨਹੀਂ ਆਖਣਾ ਤਾਂ ਪੈਣਾ ਨਾ। ਨਹੀਂ ਸਹੀ ਦੀਨ, ਹਾਂ ਫਿਰ ਤੁਸੀਂ ਸਹੀ ਦੀਨ ਨੂੰ ਫਾਲੋ ਨਹੀਂ ਕਰ ਰਹੇ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਆਖਿਆ ਕਿ ਜੇ ਤੁਸੀਂ ਗਲਤੀ ਨੂੰ ਗਲਤੀ ਨਹੀਂ ਕਹਿੰਦੇ ਤੇ ਫਿਰ ਸਹੀ ਦੀਨ ਨੂੰ, ਤੁਸੀਂ ਸਹੀ ਦੀਨ ਦਾ ਤਕਾਜ਼ਾ ਹੈ, ਦੀਨ ਦੀ ਰੂਹ ਹੈ ਵੇ ਕਿ ਤੁਸੀਂ ਗਲਤ ਨੂੰ ਗਲਤ ਆਖੋ, ਸਹੀ ਨੂੰ ਸਹੀ ਆਖੋ, ਹੱਕ ਨੂੰ ਹੱਕ ਆਖੋ, ਬਾਤਲ ਨੂੰ ਬਾਤਲ ਆਖੋ। ਬਿਲਖਸੂਸ ਜਿਹੜੇ ਅਕਾਇਦ ਨੇ, ਹਾਂ ਜਿਹੜੇ ਅਕਾਇਦ ਨੇ ਨਾ, ਉਹਨਾਂ ਦੇ ਵਿੱਚ ਤੁਹਾਨੂੰ ਸਟ੍ਰਿਕਟ ਹੋਣਾ ਚਾਹੀਦਾ ਹੈ। ਜਿਹੜਾ ਅਕੀਦਾ ਗਲਤ ਹੈ ਉਹਨੂੰ ਤੁਸੀਂ ਗਲਤ ਆਖੋ, ਜਿਹੜਾ ਅਕੀਦਾ ਸਹੀ ਹੈ ਉਹਨੂੰ ਤੁਸੀਂ ਸਹੀ ਆਖੋ। ਹਾਂ, ਅਮਲ ਵਿੱਚ ਅਮਲ ਫਰੂਆਤ ਹੁੰਦੀਆਂ ਨੇ, ਜਿਹੜੇ ਨੇ ਨਾ ਇਬਾਦਤ ਵਗੈਰਾ, ਇਹਨੂੰ ਕਹਿੰਦੇ ਨੇ ਫਰਆ। ਜਿਹੜਾ ਅਕੀਦਾ ਹੈ ਉਹਨੂੰ ਅਰਬੀ ਦੇ ਵਿੱਚ ਅਕੀਦਾ ਲਫ਼ਜ਼ ਜਿਹੜਾ ਉਹਦਾ ਮੈਨੇ ਜੜ, ਜੜ ਤੁਹਾਡੀ ਸਹੀ ਹੋਣੀ ਚਾਹੀਦੀ ਹੈ ਜੀ, ਜੜ ਤੁਹਾਡੀ ਸਹੀ ਹੋਣੀ ਚਾਹੀਦੀ ਹੈ। दिन ते फरोज दिन ਜਿਹੜੀ ਫਰਾ ਹੈ ਨਾ, ਸ਼ਾਖ ਹੈ ਜਿਹੜੀ, ਉਹਦੀ ਤੁਸੀਂ ਨਾ ਜ਼ਿਆਦਾ ਪਰਵਾਹ ਕਰੋ, ਉਹਦੇ ਨਾਲ ਨਾ ਕਿਸੇ ਨਾਲ ਲੜੋ। ਲੇਕਿਨ ਅਕੀਦੇ ਵਿੱਚ ਤੁਹਾਡੇ ਸਾਹਮਣੇ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨਬੂਵਤ ਦਾ ਦਾਵਾ ਕਰਕੇ ਖਲੋਤਾ ਹੈ, ਤੁਸੀਂ ਆਖੋ ਮੈਨੂੰ ਵੀ ਝੂਠਾ ਨਹੀਂ ਆਖਣਾ। ਅੱਲਾਹ ਦੇ ਨਬੀ ਨੇ ਫਰਮਾਇਆ ਮੇਰੇ ਬਾਅਦ ਝੂਠੇ ਮਦਈਆ ਨੇ ਨਬੂਵਤ ਪੈਦਾ ਹੋਣਗੇ। ਅਗਰ ਤੁਸੀਂ ਆਖੋ ਮੈਨੂੰ ਵੀ ਕੁਝ ਨਹੀਂ ਆਖਦਾ ਤੇ ਇਹਦਾ ਮਤਲਬ ਤੁਸੀਂ ਸਹੀ ਦੀਨ ਤੇ ਅਮਲ ਨਹੀਂ ਕਰ ਰਹੇ। ਹਾਂ, ਲੇਕਿਨ ਅਗਰ ਨਹੀਂ, ਮੈਂ ਆਪਣੀ ਗੱਲ ਕਰ ਰਿਹਾ, ਮੈਂ ਇਹਦੇ ਵਿੱਚ ਇੰਟਰਸਟਿਡ ਨਹੀਂ ਹਾਂ। ਮੈਂ ਆਪਣੇ ਕੁਰਾਨ ਸੁन्नत और हदीस ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਨਾ। ਅਗਰ ਮੇਰੇ ਕੋ ਕੋਈ ਸਵਾਲ ਕਰਦਾ ਹੈ ਜਾਂ ਮੇਰੇ ਤੇ ਇਸ ਚੀਜ਼ ਤੇ ਬਾਤ ਕਰਦਾ ਹੈ, ਮੈਂ ਫਿਰ ਕਵਾਂਗਾ ਨਾ, ਜਦੋਂ ਮੈਂ ਇਸ ਕਨਫਲਿਕਟ ਤੇ ਜਾਂਦਾ ਹੀ ਨਹੀਂ ਆ ਤੇ ਮੈਂ ਆਪਣੀ ਜ਼ਿੰਦਗੀ ਗੁਜ਼ਾਰਨਾ ਚਾਹੁੰਦਾ ਸਕੂਨ ਨਾਲ। ਮੈਂ ਇਹਨਾਂ ਲੜਾਈ ਝਗੜਿਆਂ 'ਚ ਜਾਣਾ ਨਹੀਂ ਚਾਹੁੰਦਾ। ਨਹੀਂ, ਫਿਰ ਅੱਲਾਹ ਦੇ ਨਬੀ ਨੇ ਕਾਹਨੂੰ ਦੰਦਾਨ ਮੁਬਾਰਕ ਸ਼ਹੀਦ ਕਰਵਾਏ थे? ਅੱਲਾਹ ਦੇ ਨਬੀ ਨੇ ਕਾਹਨੂੰ ਜੰਗਾਂ ਲੜੀਆਂ ਭਾਈਜਾਨ? ਫਿਰ ਨਹੀਂ, ਉਹ ਤੇ ਉਹਨਾਂ ਨੇ ਲੜੀਆਂ ਨਾ, ਲੇਕਿਨ ਜਦੋਂ ਉਹਨਾਂ ਤੇ ਹਮਲਾ ਹੋਇਆ ਉਹਨਾਂ ਨੇ ਆਪਣੇ ਡਿਫੈਂਡ ਕੀਤਾ ਨਾ। ਮੈਂ ਸਿਰਫ ਇਹ ਕਹਿ ਰਿਹਾ, ਮੈਂ ਅਰਜ਼ ਇਹ ਕਰ ਰਿਹਾ ਕਿ ਮੇਰੇ ਅੰਗਰਾ ਬੰਦਾ ਜਿਹੜਾ ਕਨਫਿਊਜ਼ ਹੈ ਨਾ, ਮੈਂ ਸਿੰਪਲ ਰੱਖਣਾ ਚਾਹੁੰਦਾ ਆਪਣੇ ਆਪ ਨੂੰ। ਮੈਂ ਅਗਰ ਫਲਾਨ ਨੂੰ ਕਹਿਣਾ ਕਿ ਇਹ ਨਬੀ ਨਹੀਂ ਹੈ, ਮਿਰਜ਼ਾ ਗੁਲਾਮ ਅਹਿਮਦ ਨਹੀਂ ਹੈ, ਉਹ ਆਈ ਡੋਂਟ ਕੇਅਰ, I don't have time for that। ਮੈਂ ਅਮਰੀਕਾ 'ਚ ਰਹਿ ਰਿਹਾ, ਮੈਂ ਸਿੰਪਲ 5 ਵਕਤ ਦੀ ਨਮਾਜ਼ ਪੜ੍ਹਨਾ ਚਾਹੁੰਦਾ, ਜ਼ਕਾਤ ਦੇਣਾ ਚਾਹੁੰਦਾ, ਹਜ ਦੇਣਾ ਕਰਨਾ ਚਾਹੁੰਦਾ, ਕੁਰਾਨੇ ਪਾਕ ਪੜ੍ਹਨਾ ਚਾਹੁੰਦਾ, ਹਦੀਸ, ਔਰ ਆਪਣਾ ਮੇਰੇ ਕੋਲ ਇਹ ਟਾਈਮ ਨਹੀਂ ਹੈਗਾ। ਮੈਂ ਚਾਹ ਨਹੀਂ, ਇੱਥੋਂ ਤੱਕ ਠੀਕ ਹੈ, ਜੇ ਤੁਹਾਡੇ ਕੋਲ ਇੰਨਾ ਟਾਈਮ ਹੈ ਤੁਸੀਂ ਇੰਨਾ ਹੀ ਲਾਓ। ਲੇਕਿਨ ਜੇ ਤੁਹਾਨੂੰ ਰਾਹ 'ਚ ਮਿਲ ਪਏ ਜਾਂ ਤੁਸੀਂ ਇੱਥੇ ਬਰਾੜ ਤੇ ਆ ਜਾਓ, ਇੱਥੇ ਕੋ ਮਿਰਜ਼ਾਈ ਉੱਤੇ ਹੋਣੇ ਚੜ ਕੇ ਆ ਜਾਂਦਾ ਤੇ ਉਹ ਤੁਹਾਨੂੰ ਕਹਿੰਦਾ ਵੀ ਮਿਰਜ਼ਾ ਸਾਹਿਬ ਨਬੀ ਨੇ, ਮਸੀਹ ਮਊਦ ਨੇ, ਤੁਸੀਂ ਇਹਨਾਂ ਨੂੰ ਨਬੀ ਮੰਨੋ, ਤੇ ਤੁਹਾਨੂੰ ਉੱਥੇ ਤੇ ਕਹਿਣਾ ਪੈਣਾ ਨਾ, ਗਵਾਹੀ ਤੇ ਦੇਣੀ ਪੈਣੀ ਬਈ ਇਹ ਝੂਠਾ ਹੈ। ਮੇਰੇ ਗਵਾਹੀ ਤੇ ਦੇਣੀ ਪਏਗੀ, ਗਵਾਹੀ ਤੇ ਮੈਂ ਦਿਆਂਗਾ, ਗਵਾਹੀ ਦੇ ਕੇ, ਲੇਕਿਨ ਮੈਂ ਬਹਿਸ ਨਹੀਂ ਕਰਾਂ। ਮੈਂ ਕਹਾਂਗਾ ਅੱਛਾ ਵੀ ਖੁਦਾ ਮੇਰਾ ਇਹ ਮਾਨ ਹੀ, ਮੇਰਾ ਇਹ ਮਾਨ ਹੀ, ਤੂੰ ਮੰਨ ਜਾਂ ਨਾ ਮੰਨ, ਤੂੰ ਜਾਣੇ ਤੇ ਤੇਰਾ ਰੱਬ ਜਾਣੇ। ਸਿੱਧੀ ਜਿਹੜੀ ਗੱਲ। ਬਿਲਕੁਲ ਠੀਕ, ਇੰਨਾ ਠੀਕ। ਇੰਨੀ ਕਨਫਿਊਜ਼ਨ ਹੈ ਅਮਰ ਭਾਈ। ਤੁਸੀਂ ਪਤਾ ਨਹੀਂ, ਮੈਂ ਹਰ ਕਿਸੇ ਦੀ ਆਪਣੀ ਸਿਚੁਏਸ਼ਨ ਹੁੰਦੀ, ਹਰ ਕਿਸੇ ਦੀ ਪਰਸਨੈਲਿਟੀ ਆਪਣੀ ਹੁੰਦੀ ਹੈ ਕਿ ਮੈਂ ਬਹੁਤ ਕਨਫਿਊਜ਼ ਹਾਂ। ਮੈਂ ਆਪਣੇ ਆਪ ਨੂੰ ਸਿੰਪਲ ਇਹਨਾਂ ਸਾਰੀ ਚੀਜ਼ਾਂ ਤੋਂ ਨਾ ਪਿੱਛੇ, ਕਿਉਂਕਿ ਮੇਰੀ ਗਰੂਮਿੰਗ ਇੱਥੇ ਆ। ਮੈਂ ਪੰਜਾਬੀ ਤੇ ਬੜੀ ਅੱਛੀ ਬੋਲ ਰਿਹਾ ਕਿਉਂਕਿ ਘਰ ਦੇ ਵਿੱਚ ਮਾਪਿਓ ਪੰਜਾਬੀ ਬੋਲਦੇ ਸਨ ਤੇ ਇਸ ਵਾਸਤੇ ਮੇਰੀ ਹੈਗੀ ਹੈ ਬਿਲਕੁਲ ਇਸ ਤਰ੍ਹਾਂ ਦੀ। ਤੇ ਇਹਨਾਂ ਚੀਜ਼ਾਂ 'ਚ ਮੈਂ ਪੈਣਾ ਨਹੀਂ ਚਾਹੁੰਦਾ। ਮੈਂ ਕਨਫਿਊਜ਼ਨ ਦੀ ਵਜ੍ਹਾ ਇਹ ਹੀ ਹੁੰਦੀ ਹੈ। ਤੁਹਾਡਾ ਨਾਂ ਨਹੀਂ ਮੈਂ ਪੁੱਛਿਆ, ਇੰਨੀ ਦੇਰ ਦੀ ਗੱਲ ਪੈ ਕਰਨਾ, ਮੇਰੇ ਮੂੰਹ 'ਚ ਨਾ ਆਮ ਤੌਰ ਤੇ ਆਦਤ ਹੁੰਦੀ ਜ਼ਬਾਨ ਨਾਲ ਮੈਂ ਬੰਦੇ ਨੂੰ ਮੁਖਾਤਬ ਨਾਂ ਨਾਲ ਕਰਨਾ ਵਾ ਤੇ ਜੀ ਮੈਨੂੰ ਤੁਸੀਂ ਕੇ ਕਰਕੇ ਬੁਲਾਓ, ਬੇਸ਼ੱਕ ਜੋ ਮਰਜ਼ੀ ਕਰਕੇ ਬੁਲਾਓ, ਇਨਸਾਨ ਹੀ ਆ ਮੈਂ। ਕੋਈ ਗੱਲ ਨਹੀਂ ਨਾ ਲੱਗਦਾ, ਲੇਕਿਨ ਤੁਹਾਡੀ ਗੱਲਾਂ ਬਹੁਤ ਅੱਛੀਆਂ ਨੇ ਅਮਰ ਭਾਈ। ਹਾਂਜੀ, ਲੇਕਿਨ ਤੁਸੀਂ ਮੈਨੂੰ ਮਤਲਬ ਇਹ ਮੈਂ ਮੁਖਤਲਿਫ ਹੁਣ ਹੀ ਮੈਂ ਨਾ 1.5 ਹਫ਼ਤਾ ਪਹਿਲੇ ਹੀ ਕਿਤੇ ਨਾ ਟਿਕਟੌਕ ਦਾ ਆਣਾ ਸ਼ੁਰੂ ਹੋਇਆ, ਔਰ ਜ਼ਿਆਦਾਤਰ ਇਹਨਾਂ ਚੀਜ਼ਾਂ ਦੇ ਵਿੱਚ ਹਰ ਪਲੇਟਫਾਰਮ ਤੇ ਮੈਂ ਗਿਆ।
ਇਹੀ ਤੂੰ ਝੂਠਾ ਤੇ ਮੈਂ ਸੱਚਾ ਤੇ ਤੂੰ ਝੂਠਾ ਬੰਦਾ ਨਾ। ਔਰ ਫਿਰ ਉਹਦੇ ਬਾਅਦ ਰਾਤੀ ਹਾਂ। ਨੀਂਦ ਵੀ ਨਹੀਂ ਆਉਂਦੀ ਕਿ ਇਹ ਕਰਦੇ ਕੀ ਪਏ ਨੇ ਇੱਕ ਦੂਜੇ ਦੇ ਨਾਲ। ਨਹੀਂ ਨਹੀਂ, ਉਹ ਅਸਲ ਦੇ ਵਿੱਚ ਜਿਹੜੀ ਗੱਲ ਤੋਂ ਤੁਸੀਂ ਕਨਫਿਊਜ਼ ਹੋ ਨਾ, ਕਨਫਿਊਜ਼ ਉਨੀ ਦੇਰ ਹੀ ਬੰਦਾ ਹੁੰਦਾ ਹੈ ਜਿੰਨੀ ਦੇਰ ਬੰਦੇ ਨੂੰ ਦੋਵੇਂ ਗੱਲਾਂ ਜਿਹੜੀਆਂ ਨੇ ਨਾ, ਉਹ ਦੂਰ ਤੋਂ ਉਹ ਦੇਖਦਾ ਹੈ ਤੇ ਉਹਨੂੰ ਦੋਵੇਂ ਇੱਕੋ ਜਿਹੀਆਂ ਮਾਲੂਮ ਹੁੰਦੀਆਂ ਨੇ। ਬਈ ਜਿਸ ਤਰ੍ਹਾਂ ਉਹ ਗਲਤ ਪਿਆ ਕਹਿੰਦਾ, ਇਸ ਤਰ੍ਹਾਂ ਉਹ ਗਲਤ ਪਿਆ ਕਹਿੰਦਾ, ਜਿਸ ਤਰ੍ਹਾਂ ਉਹ ਕੁਰਾਨ ਦੀਆਂ ਆਇਤਾਂ ਪੜ੍ਹਦਾ, ਇਸ ਤਰ੍ਹਾਂ ਉਹ ਕੁਰਾਨ ਦੀਆਂ ਆਇਤਾਂ ਪੜ੍ਹਦਾ, ਜਿਸ ਤਰ੍ਹਾਂ ਉਹ ਹਦੀਸਾਂ ਪੇਸ਼ ਕਰਦਾ, ਇਸ ਤਰ੍ਹਾਂ ਉਹ ਵੀ ਹਦੀਸਾਂ ਭਾਈਜਾਨ ਥੋੜਾ ਜਿਹਾ ਤੁਸੀਂ ਅਗਾਂਹ ਹੋ ਕੇ ਵੇਖੋਗੇ ਨਾ, ਐਵੇਂ ਇੱਕ ਕਦਮ ਅਗਾਂਹ ਹੋ ਕੇ ਝੁੱਕ ਕੇ ਵੇਖੋਗੇ ਨਾ, ਥੋੜਾ ਜਿਹਾ ਟਾਈਮ ਦੇਣਾ ਪਵੇਗਾ, ਕਨਫਿਊਜ਼ਨ ਦੂਰ ਹੋ ਜਾਏਗੀ। ਪਤਾ ਲੱਗ ਜਾਏਗਾ ਇਹ ਝੂਠ ਪਿਆ ਬੋਲਦਾ, ਸੱਚ ਪਿਆ ਬੋਲਦਾ, ਇਹ ਝੂਠੀਆਂ ਜ਼ਾਈਫ ਰਵਾਇਤਾਂ ਮਨ ਘੜਤ ਪਿਆ ਪੇਸ਼ ਕਰਦਾ ਹੈ, ਇਹ ਕੁਰਾਨ ਦਾ ਮਨ ਘੜਤ ਮਾਨੀ ਔਰ ਉਹਦਾ ਉਹ ਗਲਤ ਤਸ਼ਰੀਹ ਪਿਆ ਕਰਕੇ ਤੇ ਲੋਕਾਂ ਨੂੰ ਧੋਖਾ ਪਿਆ ਦਿੰਦਾ। ਉਹ ਸਹੀ ਪਿਆ ਕੁਰਾਨ ਉਹ ਜਿਹੜਾ ਸਾਹਿਬ ਕੁਰਾਨ ਨੇ ਬਿਆਨ ਕੀਤਾ ਹੈ। ਦੇਖੋ ਨਾ, ਨਬੀ अलैहिस्सलातु वस्सलाम ਦੇ ਉੱਤੇ ਕੁਰਾਨ ਨਾਜ਼ਲ ਹੋਇਆ ਨਾ, ਬਿਲਕੁਲ। ਤੇ ਨਬੀ ਪਾਕ ਦੇ ਉੱਤੇ ਕੁਰਾਨ ਦੀ ਆਇਤ ਨਾਜ਼ਲ ਹੋਈ, ਮਾ ਕਾਨਾ ਮੁਹੰਮਦੁਨ ਅਬਾ ਅਹਦਿਨ ਮਿਨ ਰਿਜਾਲਿਕੁਮ ਵਲਾਕਿਨ ਰਸੂਲੁल्लाह व ਖਾਤਮਨ ਨਬੀyin। ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਤੁਹਾਡੇ ਜੋ ਮਰਦਾਂ ਜੋ ਕਿਸੇ ਦੇ ਬਾਪ ਨਹੀਂ ਹਨ, ਬਲਕਿ ਅੱਲਾਹ ਦੇ ਰਸੂਲ ਨੇ ਔਰ ਨਬੀਆਂ ਦੇ ਖਾਤਮ ਨੇ, ਯਾਨੀ ਨਬੀਆਂ ਦੇ ਸਿਲਸਿਲੇ ਨੂੰ ਸੀਲ ਕਰਨ ਵਾਲੇ ਨੇ। ਅੱਲਾਹ ਦੇ ਨਬੀ ਨੇ ਕਈ ਵਾਰੀ ਹਦੀਸਾਂ 3 4 5 ਕਿਤਾਬਾਂ ਦੇ ਵਿੱਚ ਹਦੀਸਾਂ ਲਿਖੀਆਂ ਨੇ। ਬੁਖਾਰੀ ਸਭ ਤੋਂ ਅਸਹੁਲ ਕਿਤਾਬ ਬਾਅਦ ਕਿਤਾਬੁल्लाह ਲੋਕ ਕਹਿੰਦੇ ਨੇ ਨਾ, ਕੁਰਾਨ ਤੋਂ ਬਾਅਦ ਸਭ ਤੋਂ ਸਹੀ ਕਿਤਾਬ ਬੁਖਾਰੀ। ਬੁਖਾਰੀ 'ਚ ਹਦੀਸ ਆਉਂਦੀ, ਅੱਲਾਹ ਦੇ ਨਬੀ ਨੇ ਫਰਮਾਇਆ ਮੇਰੀ ਮਿਸਾਲ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕਿਸੇ ਨੇ ਖੂਬਸੂਰਤ ਮਹਿਲ ਬਣਾਇਆ ਹੋਵੇ ਤੇ ਉਹਦੇ 'ਚ ਇੱਕ ਜਗ੍ਹਾ ਇੱਟ ਦੀ ਜਾਂ ਡਾਟ ਦੀ ਇੱਕ ਜਗ੍ਹਾ ਛੋੜ ਦਿੱਤੀ ਹੋਵੇ, ਲੋਕ ਉਹਨੂੰ ਦੇਖਦੇ ਤੇ ਕਹਿੰਦੇ ਕਿੱਡਾ ਖੂਬਸੂਰਤ ਮਹਿਲ ਹੈ, ਲੇਕਿਨ ਇਹ ਜਗ੍ਹਾ ਖਾਲੀ ਕਿਉਂ ਛੋੜ ਦਿੱਤੀ? ਕਹਿੰਦੇ ਮੈਂ ਆ ਕੇ ਉਹਨੂੰ ਮੁਕੰਮਲ ਕਰ ਦਿੱਤਾ ਹੈ, ਨਬੂਵਤ ਦੇ ਮਹਿਲ ਨੂੰ। ਹੁਣ ਮੇਰੇ ਬਾਅਦ ਕੋਈ ਨਬੀ ਨਹੀਂ ਹੈ, ਜਗ੍ਹਾ ਜਗ੍ਹਾ ਨਬੀ ਪਾਕ ਨੇ ਫਰਮਾਇਆ ਲਾ ਨਬੀ ਆਬਾਦੀ, ਲਾ ਨਬੀ ਆਬਾਦੀ। ਬਿਲਕੁਲ, ਇਸ ਤੇ ਮੇਰਾ ਯਕੀਨ ਹੈ ਜੀ ਹਾਂ। ਤੇ ਫਿਰ ਹੁਣ ਤੁਹਾਡੇ ਸਾਹਮਣੇ ਮਰਜ਼ਈ ਆ ਕੇ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਜਾਂ ਡਰਾਮੇ ਕਰਕੇ ਝੂਠ ਬੋਲ ਕੇ ਆਖੇ ਕਿ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨਬੀ ਹੈ, ਤੁਸੀਂ ਆਖੋ ਮੈਂ ਕਨਫਿਊਜ਼ ਹਾਂ। ਕਨਫਿਊਜ਼ਨ ਵਾਲੀ ਕਿਹੜੀ ਗੱਲ ਹੈ? ਨਹੀਂ ਕਨਫਿਊਜ਼ ਨਹੀਂ ਆ ਮੈਂ ਨਹੀਂ ਗੱਲ ਕਰ ਰਿਹਾ ਕਿ ਉਹ ਕਹਿ ਰਿਹਾ ਹੈ ਉਹ ਗੱਲ ਸਹੀ ਕਰਨ ਡਿਆ। ਮੈਂ ਇਹ ਕਹਿਣਾ ਕਿ ਮੈਂ ਇਹਨਾਂ ਚੱਕਰਾਂ 'ਚ ਮੈਂ ਆਪਣਾ ਇੱਕ ਮੁਸਲਮਾਨ ਹੋ ਕੇ ਆਪਣੀ ਜ਼ਿੰਦਗੀ ਗੁਜ਼ਾਰਨਾ ਚਾਹੁੰਦਾ। ਮੈਨੂੰ ਨਾ ਮੇਰੇ ਕੋਲ ਇਲਮ ਹੈ, ਜਿਹੜਾ ਮੇਰੇ ਮਾਪਿਓ ਨੇ ਮੈਨੂੰ ਦੱਸਿਆ ਮੈਂ ਉਹਦੇ ਮੁਤਾਬਿਕ ਆਪਣੀ ਜ਼ਿੰਦਗੀ ਗੁਜ਼ਾਰਾਂ, ਹੁਣ ਦੈਟਸ ਇਟ। ਨਹੀਂ, ਬੰਦੇ ਦੇ ਜਿਹੜੇ ਨਾ ਜ਼ਿੰਦਗੀ ਸਾਰੀ ਤਲਬ ਇਲਮ ਉਹਦੇ ਤੇ ਫਰਜ਼ ਹੈ, ਜਦ ਤੱਕ ਉਹ ਜ਼ਿੰਦਾ ਰਹਿੰਦਾ ਨੈਚੁਰਲੀ ਵੀ ਉਹ ਕਰਦਾ ਰਹਿੰਦਾ ਹਾਸਲ। ਜਿਸ ਤਰ੍ਹਾਂ ਤੁਸੀਂ ਬਾਕੀ ਚੀਜ਼ਾਂ ਦੇ ਵਿੱਚ ਸੂਝ-ਬੂਝ ਹਾਸਲ ਕਰਦੇ ਰਹਿੰਦੇ ਹੋ ਨਾ, ਦੀਨ ਵਿੱਚ ਵੀ ਭਾਵੇਂ ਲੰਘਦੇ ਆ ਤੁਸੀਂ। ਹੁਣ ਜਿੰਨਾ ਟਾਈਮ ਦਿੱਤਾ ਹੈ, ਮੇਰਾ ਹੁਣ ਬਸ 2 ਮਿੰਟ ਰਹਿ ਗਏ ਨਿਜ਼ਾਨ ਹੋ ਸ਼ਾਮ ਦੀ, ਅਤੇ ਜਿੰਨਾ ਤੁਸੀਂ ਟਾਈਮ ਦਿੱਤਾ ਹੈ ਇੰਨਾ ਟਾਈਮ ਤੁਸੀਂ ਰੋਜ਼ ਅਗਰ ਦੇ ਕੇ ਇੱਥੋਂ ਕੋਈ ਇੱਕ ਗੱਲ ਲੈ ਕੇ ਦੀਨ ਦੀ ਨਵੀਂ, ਅੱਲਾਹ ਦੇ ਨਬੀ ਦੀ ਸੁਨਨਤ ਦੀ ਨਵੀਂ, ਕੁਰਾਨ ਦੀ ਕੋਈ ਨਵੀਂ ਗੱਲ ਲੈ ਕੇ ਸੁਣ ਕੇ ਉਹਨੂੰ ਪੱਲੇ ਬੰਨ ਲੋਗੇ ਆਸਤਾ ਆਸਤਾ, ਤੇ ਇਹਦੇ 'ਚ ਵੀ ਤੁਹਾਡੇ ਇਲਮ 'ਚ ਇਜ਼ਾਫਾ ਹੀ ਪਿਆ ਹੁੰਦਾ ਹੈ ਨਾ। ਕੋਈ ਗੱਲ ਨਹੀਂ ਕਿ ਜਿਹੜਾ ਮਾਂ ਪਿਓ ਕੋਈ ਇਲਮ ਹਾਸਲ ਹੋ ਗਿਆ ਸੀ ਉਹਨਾਂ ਹੀ ਰੱਖਣਾ ਵਧਾਣਾ। ਨਹੀਂ, ਉਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਮੈਂ ਇਹਦੇ ਤੇ ਤੁਹਾਡੇ ਨਾਲ ਬਿਲਕੁਲ ਇਤਫਾਕ ਕਰਨਾ। ਔਰ ਮੈਂ ਮੰਨਣਾ ਕਿ ਅਗਰ ਕੁਰਾਨ ਔਰ ਸੁਨਨਤ ਦੇ ਮੁਤਾਬਿਕ ਤੁਸੀਂ ਮੈਨੂੰ ਕੋਈ ਚੀਜ਼ ਦੱਸਦੇ ਹੋ, ਮੈਂ ਉਹਨੂੰ ਬਿਲਕੁਲ ਆਪਣੇ ਨਾਲ ਰੱਖਾਂਗਾ। ਲੇਕਿਨ ਉਹਦੇ ਤੋਂ ਹਟ ਕੇ ਤੁਸੀਂ ਗੱਲ ਕਰੋਗੇ ਤੇ ਫਿਰ ਜ਼ਾਹਿਰੀ ਗੱਲ ਹੈ ਕਿ ਮੈਂ ਤੁਹਾਡੇ ਨਾਲ ਸਵਾਲ ਵੀ ਕਰਾਂਗਾ ਨਾ ਕਿ ਚੁੱਕ ਕੇ ਉਹਨੂੰ ਮਾਰੋ ਦੀਵਾਰ ਦੇ ਉੱਤੇ। ਜਿਹੜਾ ਵੀ ਬੰਦਾ ਵੱਡੇ ਤੋਂ ਵੱਡਾ ਮੌਲਵੀ ਹੋਵੇ ਨਾ, ਜ਼ਾਕਿਰ ਨਾਇਕ ਨੇ ਆਖਿਆ ਵੀ ਇਸਲਾਮ ਦੇ ਵਿੱਚ ਜ਼ਾਕਿਰ ਨਾਇਕ ਦੀ ਹਸੀਅਤ ਸ਼ੂन्य ਕੀ ਹੈ। ਸ਼ੂन्य ਪੰਜਾਬ ਉਹਦੇ ਹਿੰਦੀ 'ਚ ਕਹਿੰਦੇ ਨੇ ਸਿਫਰ ਨੂੰ। ਉਹਨੇ ਕਿਹਾ ਮੇਰੀ ਹਸੀਅਤ ਸਿਫਰ ਹੈ, ਮੈਂ ਜਿਹੜੀ ਗੱਲ ਕਰਾਂ ਤੁਸੀਂ ਉਹਨੂੰ ਸਿਫਰ ਸਮਝੋ, ਉਹਨੂੰ ਜਾ ਕੇ ਟੈਲੀ ਕਰੋ ਕੁਰਾਨ ਨਾਲ ਹਦੀਸ ਨਾਲ। ਅਗਰ ਉਹ ਕੁਰਾਨ ਵਿੱਚ ਮੌਜੂਦ ਹੈ, ਅੱਲਾਹ ਦੇ ਨਬੀ ਦੇ ਫਰਮਾਨ 'ਚ ਮੌਜੂਦ ਹੈ, ਤੇ ਤੁਸੀਂ ਜ਼ਾਕਿਰ ਨਾਇਕ ਦੀ ਇਤਨੀ ਗੱਲ ਪੇ ਮੰਨਦੇ। हाँ, मैं कुरान और सुना बिल्कुल हदीस के मुताबिक हम मानना। ऐसे ही तरह ਜਿਹੜੇ ਆਇਮਾ ਨੇ, ਇਮਾਮ ਬੁਖਾਰੀ ਨੇ ਲਿਖਿਆ ਹੈ ਕਿ ਮੇਰੀ ਗੱਲ ਜ਼ਾਤੀ ਹੋਵੇ ਤੇ ਉਹ ਕੁਰਾਨ ਔਰ ਹਦੀਸ ਦੇ ਖਿਲਾਫ ਮੇਰੇ ਤੁਸੀਂ ਉਹਨੂੰ ਦੀਵਾਰ ਤੇ ਮਾਰੋ। ਲੇਕਿਨ ਜਿਹੜੀਆਂ ਹਦੀਸਾਂ ਮੈਂ ਇਕੱਠੀਆਂ ਕਰਕੇ ਲਿਖੀਆਂ ਨੇ, ਇਹ ਰਾਵੀ ਨੇ, ਇਹਨਾਂ ਕੋਲ ਮੈਂ ਲੈ ਕੇ ਲਿਖੀਆਂ, ਇਹ ਇਹਨਾਂ ਦੇ ਹਵਾਲ ਨੇ, ਇਹਨਾਂ ਨੂੰ ਚੈੱਕ ਕਰ ਲਓ। ਦਿਲ ਕਰਦਾ ਇਹਨਾਂ ਤੇ ਮੁਤਮਿਨ ਹੁੰਦਾ ਤੇ ਅਮਲ ਕਰਨ, ਨਹੀਂ ਦਿਲ ਕਰਦਾ ਤੇ ਚੈੱਕ ਕਰ ਲੈ। ਉਹ ਪੂਰੀ ਉਮਤ ਨੇ ਤਹਿਕੀਕ ਕਰਕੇ ਮੰਨ ਛੜਿਆ। ਕਿਤਾਬਾਂ ਤੇ ਉਹਨਾਂ ਹੋਰ ਵੀ ਲੋਕਾਂ ਨੇ ਪਹਿਲਾਂ ਵੀ ਲਿਖੀਆਂ, ਬਾਅਦ ਚ ਵੀ ਲਿਖੀਆਂ, ਪਰ ਉਹਨਾਂ ਨੂੰ ਦੁਨੀਆ ਨੇ ਮੰਨਿਆ ਕਿ ਉਸ ਬੰਦੇ ਜਿੰਨੀ ਇਤਿਹਾਦ ਕਿਸੇ ਬੰਦੇ ਕੀਤੀ ਨਹੀਂ ਹੈ ਹਦੀਸਾਂ ਦਾ ਇਕੱਠਿਆਂ ਕਰਨ 'ਚ, ਜਿੰਨਾ ਉਹਨਾਂ ਨੇ ਆਪਣਾ ਇਤਿਹਾਦ ਕੀਤੀ ਹੈ ਕਿ ਵੀ ਜਿਹੜਾ ਬੰਦਾ ਗੱਲ ਦੱਸੇ ਮੈਂ ਚੈੱਕ ਕਰਾਂ ਕਿ ਗੱਲ ਵਾਕਈ ਨਬੀ ਪਾਕ ਦੀ, ਮੈਂ ਗਲਤ ਨਾ ਕਿਤੇ ਨੋਟ ਕਰ ਛੱਡਾਂ। ਬੜੇ ਲੱਖ ਹੋਣ, 6 ਲੱਖ ਦੀ ਸੀ ਕਿੰਨੀ ਕਹਿੰਦੇ ਨੇ ਇਕੱਠੀ ਕੀਤੀ ਸੀ, ਲਿਖੀਆਂ ਉਹਨਾਂ ਵਿੱਚੋਂ ਸਿਰਫ 6000 ਦੇ ਲਗਭਗ ਨੇ। ਸਿਰਫ ਕਿਉਂ ਕਿ ਦੂਜਿਆਂ ਦੇ ਉੱਤੇ ਉਹ ਮੁਤਮਿਨ ਨਹੀਂ ਹੋਏ ਜਾਣੀਆਂ, ਉਸ ਤਰ੍ਹਾਂ ਦੀ ਉਹਨਾਂ ਦਾ ਉਹ ਜਿਹੜਾ ਸਟੈਂਡਰਡ ਨਹੀਂ ਬਣਿਆ, ਇੱਕ ਪੈਰਾਮੀਟਰ ਉਹਨਾਂ ਸੈੱਟ ਕੀਤਾ ਕਿ ਇਸ ਤਰ੍ਹਾਂ ਦੀ ਹੋਵੇ ਮੈਂ ਲਿਖਾਂਗਾ, ਇਸ ਤਰ੍ਹਾਂ ਦੀ ਮੈਨੂੰ ਤਸੱਲੀ ਹੋਵੇਗੀ ਮੈਂ ਲਿਖਾਂਗਾ। ਉਹ ਜਿਹੜੀ ਨਹੀਂ ਮਿਲੀ ਉਸ ਪੈਰਾਮੀਟਰ ਤੇ ਪੂਰੀ ਨਹੀਂ ਉਤਰੀ, ਉਹਨਾਂ ਪਿੱਛਾ ਕਰ ਛੜੀ। ਲਿਹਾਜ਼ਾ ਕਹਿਣ ਦਾ ਮਤਲਬ ਹੈ ਕਿ ਉਹ ਗੱਲ ਤੇ ਨਬੀ ਪਾਕ ਦੀ ਹੈ, ਉਹ ਇਮਾਮ ਬੁਖਾਰੀ ਦੀ ਗੱਲ ਤੇ ਨਹੀਂ ਹੈ। ਅਗਰ ਇਮਾਮ ਬੁਖਾਰੀ ਕਹਿੰਦਾ ਆਪਣੀ ਗੱਲ, ਅਗਰ ਇਮਾਮ ਅਹਿਮਦ ਰਜ਼ਾ ਖਾਨ ਬਰੇਲਵੀ ਸਾਹਿਬ ਕਹਿੰਦੇ ਨੇ ਆਪਣੀ ਗੱਲ, ਅਗਰ ਕੋਈ ਇਮਾਮ ਅਬੂ ਹਨੀਫਾ ਵੀ ਕਹਿੰਦੇ ਨੇ ਆਪਣੀ ਗੱਲ, ਤੁਹਾਡੇ ਤੇ ਮੰਨਣੀ ਕੋਈ ਫਰਜ਼ ਨਹੀਂ ਹੈ। ਤੁਹਾਡਾ ਦਿਲ ਕਰਦਾ ਮੰਨੋ, ਨਹੀਂ ਦਿਲ ਕਰਦਾ ਨਾ ਮੰਨੋ। ਹਾਂ,
ਅੱਲਾ ਦੇ ਨਬੀ ਦੀ ਗੱਲ ਨਾ ਮੰਨੋਗੇ ਹਰਾਮ ਹੈ, ਹਰਾਮ ਅਮਲ ਹੈ, ਨਾ ਮੰਨਣਾ ਕੁਫਰ ਹੈ। ਬਾਕੀ ਕਿਸੇ ਬੰਦੇ ਦੀ ਗੱਲ ਨਾਲ ਵੀ ਤੁਸੀਂ ਇਤਫਾਕ ਵੀ ਕਰੋ, ਇਖਤਲਾਫ ਕਰੋ, ਕੋਈ ਮਸਲਾ ਨਹੀਂ। ਲਿਹਾਜ਼ਾ ਇੱਥੇ ਅਗਰ ਤੁਹਾਨੂੰ ਕੁਰਾਨ ਔਰ ਹਦੀਸ ਦੱਸਿਆ ਜਾਂਦਾ ਹੈ ਜਾਂ ਤੁਸੀਂ ਕੋਈ ਗੱਲ ਸੁਣਦੇ ਹੋ ਤੇ ਉਹ ਕੁਰਾਨ ਔਰ ਹਦੀਸ ਦੇ ਅਗਰ ਮੁਤਾਬਕ ਹੈ ਤੇ ਉਹ ਸਾਡੀ ਤੇ ਹੈ ਹੀ ਨਹੀਂ, ਉਹ ਤੇ ਕੁਰਾਨ ਔਰ ਹਦੀਸ ਦੀ ਗੱਲ ਹੈ, ਤੁਸੀਂ ਉਹਨੂੰ ਫਾਲੋ ਕਰਨਾ, ਸਾਨੂੰ ਤੇ ਨਹੀਂ ਫਾਲੋ ਕਰਨਾ। ਬਿਲਕੁਲ ਬਿਲਕੁਲ ਬਿਲकुल। ਮੈਂ ਬਹੁਤ ਬਹੁਤ ਸ਼ੁਕਰੀਆ ਆਮਰ ਭਾਈ ਤੁਹਾਡਾ ਗੱਲ ਕਰਨ ਦਾ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਮੋਹਤਰਮ, ਤੁਸੀਂ ਨਾਂ ਤੇ ਦੱਸਿਆ ਨਹੀਂ ਤੇ ਕੱਲ ਦੱਸ ਦਿਓਗੇ, ਕੱਲ ਮਿਲੋਗੇ, ਕੱਲ ਦੱਸ ਦਿਓਗੇ, ਕੱਲ ਆਓਗੇ, ਕੱਲ ਦੱਸ ਦਿਓ। ਮੈਂ ਆਪਣਾ ਨਾਮ ਮਿਸਲੀਨੀਅਸ ਹੀ ਰੱਖਣਾ ਹੈ ਕਿਉਂਕਿ ਮੈਂ ਕੁਝ ਦਿਨ ਹੀ ਇਸ ਟਿਕਟੌਕ ਤੇ ਰਹਿਣਾ ਹੈ ਤਾਂ ਕਿ ਜੋ ਅੱਛੀ ਮੈਂ ਬੇਸਿਕਲੀ ਮੈਂ ਜ਼ਿਆਦਾ ਮੈਂ ਤੁਹਾਨੂੰ ਦੱਸਣਾ ਕਿ ਮੈਂ ਅੱਗੇ ਵੀ ਤੁਹਾਨੂੰ ਅਰਜ਼ ਕੀਤੀ ਹੈ ਕਿ ਕਨਫਿਊਜ਼ਨ ਮਤਲਬ ਇਹ ਕਿ ਆਪਸ ਚ ਲੜਦੇ ਨੇ ਕੁਰਾਨ ਔਰ ਹਦੀਸ ਔਰ ਸੁਨਨਤ ਨਾਉਜ਼ੁਬਿल्लाह ਉਹਦੀ ਗੱਲ ਨਹੀਂ ਮੈਂ ਕਰ ਰਿਹਾ, ਇਹ ਮੈਂ ਲੋਕਾਂ ਦੀ ਗੱਲ ਕਰ ਰਿਹਾ। ਮੈਂ ਸਮਝ ਸਕਦਾ ਤੁਹਾਡੀ ਗੱਲ, ਇਹਨਾਂ ਲੋਕਾਂ ਦੀ ਲੜਾਈ ਨਾਲ ਲੋਕ ਦੀਨ ਤੋਂ ਦੂਰ ਹੋ ਗਏ ਨੇ। ਮੈਨੂੰ ਦੀਨ ਤੋਂ ਦੂਰ ਹੋ, ਮੈਨੂੰ ਜ਼ਿਆਦਾ ਮਜ਼ਾ ਆਉਂਦਾ ਹੈ ਨਹੀਂ ਸੁਣਿਆ। ਮਾਯਾਰ ਆਪਣੇ ਅਕਲ ਨੂੰ ਬਣਾਉਂਦੇ ਨੇ ਨਾ, ਜੇ ਅਗਰ ਮਾਯਾਰ ਤਹਿਕੀਕ ਨੂੰ ਬਣਾਉਣ ਆਖਣ ਵਿੱਚ ਦੇਖੋ ਇਸ ਹਦੀਸ ਦੇ ਵਿੱਚ ਇਹ ਗਲਤੀ ਹੈ ਕਿ ਬਿਆਨ ਕਰਨ ਵਾਲੇ ਬੰਦੇ ਨੇ ਉਹਦਾ ਯਾਨੀ ਕਿਰਦਾਰ ਨਹੀਂ ਸੀ ਸਹੀ, ਉਹਨੇ ਗਲਤ ਰਵਾਇਤ ਪੇਸ਼ ਕੀਤੀ, ਇਹਦੇ ਬਾਰਕਸ ਫਲਾਣੀ ਗੱਲ ਮੌਜੂਦ। ਸਿਰਫ ਕੀ ਹੈ, ਮੇਰੀ ਅਕਲ ਤੇ ਪੂਰੀ ਨਹੀਂ ਉਤਰਦੀ ਹੈ ਕਿ ਨਬੀ ਪਾਕ ਗਾਰੇ ਰਾਹ ਚ ਜਾਂਦੇ ਸਨ ਤੇ ਉੱਥੇ ਜਿਬਰੀਲ ਆਏ ਨੇ ਪਹਿਲੀ ਵਾਰੀ ਤੇ ਵਹੀ ਨਾਜ਼ਲ ਹੋਈ ਹੈ, ਅਕਲ ਦੇ ਉੱਤੇ ਆ ਕੇ ਚੁੱਕ ਕੇ ਪਰਾਂ ਮਾਰੀ ਦੀ ਅੱਲਾ ਦੇ ਨਬੀ ਦੀ। ਤੇ ਆਮਿਰ ਸਾਹਿਬ ਤੁਸੀਂ ਕੀ ਕਹਿੰਦੇ ਹੋ, ਇਹ ਨਹੀਂ ਉਹਨਾਂ ਦਾ ਕਿਆਸ ਗਲਤ ਹੈ? ਕਹਿੰਦੇ ਨੇ ਜੀ ਕੁਰਾਨ ਕਹਿੰਦਾ ਕਿ ਨਾ ਉਹਨਾਂ ਦਾ ਦਿਲ ਦੇ ਅੰਦਰ ਕੋਈ ਜੁੰਬਸ਼ ਹੈ, ਨਾ ਕਿਆਸ ਗਲਤ ਨਹੀਂ, ਕਿਆਸ ਮਾਲ ਫਾਰਕ ਹੈ, ਕਿਆਸ ਉਹਦਾ ਮਾਲ ਫਾਰਕ ਹੈ। ਚਲੋ ਆਮਰ ਭਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਡਿਸਕ੍ਰਾਈਬ ਕਰਨ ਦਾ, ਔਰ ਮੈਂ ਬੜਾ ਮਸ਼ਕੂਰ ਹਾਂ, ਬੜੀ ਅੱਛੀ ਗੁਫ਼ਤਗੂ ਤੁਹਾਡੇ ਨਾਲ ਹੋਈ ਹੈ। ਤੁਹਾਨੂੰ ਖੁਸ਼ੀ ਹੋਈ ਹੈ ਤੇ ਮੈਨੂੰ ਤੁਹਾਡੀ ਗੱਲ ਸੁਣ ਕੇ ਅਫਸੋਸ ਲੱਗਾ ਕਿ ਲੋਕ ਜਿਹੜੇ ਨੇ ਉਹ ਇਹਨਾਂ ਬੰਦਿਆਂ ਦੀਆਂ ਲੜਾਈਆਂ ਨੂੰ ਵੇਖ ਕੇ ਦੀਨਦਾਰ ਲੋਕਾਂ ਦੀਆਂ ਲੜਾਈਆਂ ਨੂੰ ਵੇਖ ਕੇ ਤੇ ਦੀਨ ਤੋਂ ਪਿੱਛੇ ਹਟੇ ਨੇ, ਔਰ ਉਹ ਆਂਦੇ ਨੇ ਕਿ ਯਾਰ ਸਾਰੇ ਇੱਕੋ ਹੀ ਜੇ, ਉਹ ਵੀ ਇੰਜੇ ਕਰਦੇ ਨੇ ਤੇ ਉਹ ਵੀ ਇੰਜੇ ਹੀ ਆਖਦੇ ਨੇ। ਮੈਨੂੰ ਮੈਂ ਦੀਨ ਤੋਂ ਨਹੀਂ ਆਮਰ ਭਾਈ ਦੀਨ ਤੋਂ ਨਹੀਂ ਹਟਿਆ ਆ, ਮੈਂ ਕਹਿ ਰਿਹਾ ਲੋਕੀ ਲੜ ਕੇ ਉਹ ਹਟੇ ਹੋਏ ਨੇ, ਮੈਂ ਤੇ ਕੋਸ਼ਿਸ਼ ਕਰ ਰਿਹਾ ਕਿ ਦੀਨ ਦੇ ਨਾਲ ਰਵਾਂ। ਨਹੀਂ ਮੈਂ ਨਹੀਂ ਤੁਹਾਨੂੰ ਕਿਹਾ, ਮੈਂ ਤੁਹਾਨੂੰ ਕੋਈ ਮੁਲਹਦ ਨਹੀਂ ਕਹਿ ਰਿਹਾ, ਮੈਂ ਕਹਿ ਰਿਹਾ ਕਿ ਤੁਹਾਡੇ 'ਚ ਫਿਰ ਦਿਲਚਸਪੀ ਘਟ ਜਾਂਦੀ ਹੈ ਨਾ, ਦਿਲ ਬੰਦਾ ਜਿਸੇ ਵੇਖਦਾ ਉਹਨਾਂ ਨੂੰ ਲੜਦੇ। ਮੈਂ ਕਹਿੰਦਾ ਯਾਰ ਬਸ ਠੀਕ ਹੈ, ਹਾਂ ਦੈਟਸ 100% ਤੁਹਾਡੀ ਗੱਲ ਠੀਕ ਹੈ। ਇਸ ਚੀਜ਼ ਦਾ ਮੈਂ ਕਹਿੰਦਾ ਯਾਰ ਇਹ ਜਿਹੜਾ ਜਿਹੜਾ ਹੈ ਨਾ ਜਿਹੜਾ ਚਿਕੜ ਮਿਕੜ ਬਣਿਆ ਹੈ ਇੱਕ ਦੂਜੇ ਨੂੰ ਝੂਠਾ ਫਲਾਂ ਤੇਰੀ ਆ, ਕਈ ਵਾਰੀ ਤੇ ਇਹਦੇ ਮਤਲਬ ਉੱਥੇ ਖਵਾਤੀਨ ਵੀ ਬੈਠੀਆਂ ਹੁੰਦੀਆਂ ਨੇ, ਬੱਚੇ ਵੀ ਬੈਠੇ ਹੁੰਦੇ ਨੇ, ਉਹ ਗਾਲਾਂ ਕੱਢਦੇ ਨੇ ਮਾਂ ਭੈਣਾਂ ਦੀਆਂ ਔਰ ਇੰਨੀ ਗਲੀਜ਼ ਗੱਲ ਕਰਕੇ ਜਾਂਦੇ ਨੇ ਕਿ ਬੰਦੇ ਨੂੰ ਨਾ, ਚਲੋ ਦੀਨ ਤੇ ਤੁਹਾਡੀ ਮੋਰਲਸ ਨਹੀਂ ਹੈ ਸਿਖਾਉਂਦੇ ਨੇ, ਹਾਂਜੀ ਠੀਕ ਹੈ ਨਾ, ਲੇਕਿਨ ਉਹ ਲੋਕੀ ਖਲੋਂਦੇ ਹੀ ਨਹੀਂ ਹੈਗੇ ਨੇ, ਬਦਤਮੀਜ਼ੀ ਕਰਕੇ ਚਲੇ ਜਾਂਦੇ ਨੇ ਬਸ। ਇਹ ਮਾਂ ਭੈਣਾਂ ਦੀਆਂ ਗਾਲਾਂ ਕੱਢਣ ਵਾਲੇ ਦੀਨ ਦੇ ਨਹੀਂ, ਇਹ ਆਪਣੇ ਨਫਸ ਦੀ ਜੰਗ 'ਤੇ ਲੜਦੇ ਨੇ। ਇਹ ਆਪਣੀ ਅਹਿਮਦੀ ਨਹੀਂ ਕੱਢਦੇ ਗੱਲ, ਅਹਿਮਦੀ ਕੋਈ ਨਹੀਂ ਕੱਢਦੇ। ਨਹੀਂ ਅਹਿਮਦੀ ਥੋੜੀ ਕੱਢਦੇ ਨੇ। ਅਮਰ ਨਜ਼ੀਰ ਸਾਹਿਬ ਮੇਰੇ ਇੱਕ ਸਵਾਲ, ਮੈਂ ਤੇ ਅਹਿਮਦੀ ਸ਼ੀਆ ਜਾਂ ਅਕਬਰ ਸਾਹਿਬ ਬਰੇਲਵੀ ਦੀ ਮੈਂ ਤੇ ਸਰ ਗੱਲ ਹੀ ਨਹੀਂ ਕਰ ਰਿਹਾ। ਅਕਬਰ ਖਾਨ ਸਾਹਿਬ ਜੀ ਕੀ ਹਾਲ? ਨਾ ਅਕਬਰ ਖਾਨ ਸਾਹਿਬ ਜਲਦੀ ਕੋਈ ਗੱਲ ਕਰ ਲੈਣ ਤੇ ਮੈਨੂੰ 5 ਮਿੰਟ ਦਾ ਬ੍ਰੇਕ। ਅਜੇ ਮੈਂ ਹੁਣੇ ਇੱਕ ਆਡੀਓ ਸੁਣੀ ਮੁਰੱਬੀ ਦੀ, ਉਹ ਕਹਿੰਦਾ ਹਜ਼ੂਰ ਬੈਠੇ ਸੀ ਗੱਡੀ 'ਚ ਪਿੱਛੇ ਤੇ 78 ਕਿਲੋਮੀਟਰ ਬਗੈਰ ਪੈਟਰੋਲ ਤੋਂ ਗੱਡੀ ਚੱਲੀ, ਲੇਕਿਨ ਹਜ਼ੂਰ ਪਿੱਛੇ ਬਹਿ ਕੇ ਕੀ ਕਰਦੇ ਰਹੇ ਨੇ ਉਹ ਵਾਕਿਆ ਉਹਨੇ ਦੱਸਿਆ ਹੀ ਨਹੀਂ ਨਾਲ। ਇਹ ਨਹੀਂ ਪਤਾ, नहीं हो सकता पता है उन्हें की कीता हजूर ने। वक्त के दौर की बात करें ना, अभी आज के दौर में गन है, उस वक्त गन नहीं। ठीक है भाईजान, ਮਿਹਰਬਾਨੀ। ਮੈਂ ਤੁਹਾਨੂੰ ਫਾਲੋ ਕਰਨ ਲੱਗਾ ਵਾਂ ਤੇ ਤੁਹਾਨੂੰ ਇਨਸ਼ਾਅੱਲਾ ਫਿਰ ਮੁਲਾਕਾਤ। ਤੁਹਾਡੇ 25 ਫਾਲੋਅਰ ਨੇ 26 ਹੋ ਗਏ ਹੋਣੇ ਨੇ, ਰਿਕੁਐਸਟ ਤੁਹਾਨੂੰ ਟੁਰ ਗਈ ਹੋਣੀ। ਠੀਕ ਹੈ ਤੇ ਮਨੋਂ ਨਹੀਂ ਕੀਤਾ ਅਮਰ ਭਾਈ ਤੱਕ ਤੁਸੀਂ ਜੀ ਜ਼ਰੂਰ ਲੋ ਜੀ, ਤੁਹਾਨੂੰ ਕਰ ਲੈਣੇ ਜਨਾਬ ਜੀ, ਬਹੁਤ ਮਜ਼ਾ ਆਇਆ, ਬਹੁਤ ਮਜ਼ਾ ਆਇਆ, ਸ਼ੁਕਰੀਆ। ਹਾਂ ਲੋ ਜੀ, ਤੁਹਾਨੂੰ ਵੀ ਕਰते। ठीक है जनाब मोहतरम, फिर इंशाल्लाह गल होगी। सर भाई अगर फ्री हो सवाल पूछ लीजिए या नमाज पढ़ के होगे पहले।
हाँ मैं 5-10 मगर मिनट बंदा लेट हो थोड़ी जाऊंगा जा- ना, शाम की नमाज है, फिर लेट हो बिस्मिल्लाह करो, पहले नमाज पढ़ लो, गलबात होती रहेगी, नमाज नहीं लेट होनी चाहिए। ਉਹ ਕਲਗੀ ਵਾਲਾ ਲਤੀਫਾ ਵਧੀਆ ਸੁਣਾਇਆ ਸੀ ਕੱਲ। अकबर खान साहब तुसी अहमदी हो? अस्सलाम वालेकुम। ਅਲਹਮਦੁਲਿਲਾ। वालेकुम अस्सलाम।